ਉਹ ਵਿਅਕਤੀ ਦਾ ਇੰਡੀਆ ਦਾ ਪਾਸਪੋਰਟ ਖਾਰਜ ਕਰ ਦਿੱਤਾ ਬਾਅਦ ਹੋਈ ਔਰ ਉਹ ਕੇਸ ਕਰੇ ਤੇ ਕਰੇ ਕਿੱਥੇ? ਕਰੇਗੀ ਇੱਥੇ ਇੰਡੀਆ 'ਚ ਵੀ ਕਰੇ ਤੇ ਪਤਾ ਲੱਗਦਾ ਘਰ ਨੂੰ ਤਾਲਾ ਵੱਜਿਆ ਜੀ, ਸਾਰੇ ਬਾਹਰ ਗਏ ਨੇ ਤੇ ਬਾਹਰ ਦਾ ਟਿਕਾਣਾ ਹੀ ਨਹੀਂ ਪਤਾ। ਉਹਨੂੰ ਗੈਰ ਕੀਤਾ, ਮੁੰਡੇ ਵਾਲੇ ਕੋਲ ਪੈਸੇ ਲੁੱਟੇ, ਅਗਲੇ ਪਾਸੇ ਗਏ। ਸੋ ਮੈਂ ਉਸ ਪਰਿਵਾਰ ਨੂੰ ਵੀ, ਉਹ ਡੋਲੀ ਕੀ ਡੋਲੀ ਨੂੰ ਵੀ ਮੈਂ ਅੰਦਰ ਕਰਾਇਆ, ਉਹਦੇ ਪੂਰੇ ਪਰਿਵਾਰ ਨੂੰ ਅੰਦਰ ਕਰਾਇਆ ਜਿਹੜੇ ਇਹਨੂੰ ਕੁਝ ਕਰਦੇ ਸੀ ਜੀ। ਕਰਾਇਆ, ਆਲਰੇਡੀ ਵਿਆਹ ਕਰਾਇਆ ਸੀ। ਉਸ ਤੋਂ ਬਾਅਦ ਉਹ ਵਿਆਹ ਤਲਾਕ ਲਏ ਬਿਨਾਂ ਅਖਬਾਰ 'ਚ ਐਡ ਵੀ ਦੇ ਦਿੱਤੀ। ਅੱਛਾ, ਅਖਬਾਰ 'ਚ ਐਡ ਦੇਣ ਤੋਂ ਬਾਅਦ ਨਵਾਂ ਵਿਆਹ ਵੀ ਕਰਾ ਲਿਆ। ਬਾਹਰ ਵੀ ਚਲੀ ਗਈ, ਬਾਹਰ ਜਾ ਕੇ ਨਵੇਂ ਮੁੰਡੇ ਨੂੰ ਵੀ ਨਹੀਂ ਸੱਦਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਫੋਕਸ ਸ਼ੋ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਸੋ ਤੁਹਾਡੇ ਵਾਸਤੇ ਸਪੈਸ਼ਲ ਪ੍ਰੋਗਰਾਮ ਲੈ ਕੇ ਆਏ ਹਾਂ ਜੀ, ਫੋਕਸ ਲੋ। ਇਸ ਪ੍ਰੋਗਰਾਮ ਦੇ ਵਿੱਚ ਫੋਕਸ ਕਰਿਆ ਕਰਾਂਗੇ ਜੋ ਵੀ ਪ੍ਰੋਬਲਮਸ ਜਿਹੜੀਆਂ ਨੇ ਐਨਆਰਆਈ ਵੀਰ ਭੈਣ ਭਰਾਵਾਂ ਨੂੰ ਆਉਂਦੀਆਂ ਨੇ, ਉਹਨਾਂ ਦਾ ਕੀ ਸੋਲੂਸ਼ਨ ਹੈ, किस तरीके दे नाल लीगल एडवाइस लैके वो अपनी प्रॉब्लम नू सॉल्व कर सकते हैं, गलत रस्तियां सो बच सकते हैं। सो खास चर्चा हैगी ते खास चर्चा च अज बहुत ही खास मेहमान जिहड़े अज मेरा साथ देंगे। वेलकम करते हैं जी सुनील मल्लन जी का, स्वागत है जी। सत श्री अकाल। सत श्री अकाल जी, सारे दर्शकों को सत श्री जी। अकाल ठीक ठाक हो सर? जी। सो थोड़ा जिहा सर्दी हस्ती दे उपर मैं झात मरवा दा तां मौजूदा समय दे विच सुप्रीम कोर्ट पंजाब हरियाणा दे विच एज अ लीगल एडवाइजर अपनी जिहड़ी भूमिका निभा रहे हैं, अपना जिहड़ा साथ है वो दे रहे हैं ते जो भी पब्लिक के मुद्दे होंदे ने, जो भी पक्ष के मुद्दे होंदे ने, उन्हां दे उपर अपने जिहड़े रिव्यू है वो सांझे करन तो कदे भी अपना पैर पिछे नहीं करते। हमेशा लोक भलाई के काम जिहड़े ने अक्सर करते हुए ये नज़र आउंदे ने। सो अज दर्शकों को असीं दस दईए भी साडी जिहड़ी चर्चा दा विशा हैगा आ ਉਹ ਰਹੂਗਾ ਵੀ एनआरआई ਵੀਰ ਭੈਣ ਭਰਾਵਾਂ ਨੂੰ ਪ੍ਰੋਬਲਮ ਹੁੰਦੀ ਹੈ ਪਹਿਲੇ ਨੰਬਰ ਦੇ ਉੱਤੇ ਵਿਆਹ ਦੇ ਕੇਸ ਦੇ ਉੱਪਰ। ਵਿਆਹ ਬਹੁਤ ਤਰੀਕੇ ਦੇ ਹੁੰਦੇ ਨੇ, ਲੀਗਲ ਵੀ ਹੁੰਦੇ ਨੇ, ਇਲੀਗਲ ਵੀ ਹੁੰਦੇ ਨੇ। ਵਿਆਹਾਂ 'ਚ ਜਿਹੜੀ ਹੇਰਾ ਫੇਰੀ ਵੀ ਹੋ ਜਾਂਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ਹੀ ਸਾਨੂੰ ਇਸ ਤਰੀਕੇ ਤੋਂ ਹੀ ਕਰਨੀ ਚਾਹੀਦੀ ਹੈ। ਬਹੁਤ ਸਾਰੇ ਕੇਸ ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਦੇਖਦੇ ਹਾਂ। ਸੋ ਵਿਆਹਾਂ ਦੇ ਮੈਟਰ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਮੁੰਡਿਆਂ ਨਾਲ ਵੀ ਧੋਖਾ ਹੁੰਦਾ ਹੈ ਤੇ ਕੁੜੀਆਂ ਨਾਲ ਵੀ ਧੋਖਾ ਹੁੰਦਾ ਹੈ। ਇੱਥੇ ਕੁੜੀ ਰੋਂਦੀ ਕਲਪਦੀ ਰਹਿ ਜਾਂਦੀ ਹੈ ਭਾਵੇਂ ਮੁੰਡਾ ਉੱਥੇ ਦੋ ਵਿਆਹ ਕਰਾ ਕੇ ਬੈਠਾ ਹੋਵੇ। ਸੋ ਉਹਨੂੰ ਆਪਣਾ ਹੱਕ ਮਿਲ ਸਕਦਾ ਹੈ? ਕੋਈ ਤਰੀਕਾ ਹੈਗਾ, ਕੋਈ ਹੱਲ ਹੈਗਾ ਉਹਨੂੰ ਹੱਕ ਮਿਲਣ ਦਾ? ਦੇਖੋ ਇਸ ਤਰ੍ਹਾਂ ਕਿ ਇਹ ਨਾ ਸੋਚੀਏ ਕਿ ਸਿਰਫ ਮੁੰਡਾ ਹੀ ਧੱਕਾ ਕਰਦਾ ਹੈ, ਕੁੜੀਆਂ ਵੀ ਧੱਕਾ ਕਰਦੀਆਂ ਜੀ ਜੀ। ਜਿਹੜਾ ਬਾਹਰੋਂ ਆਇਆ ਨਾ ਜੀ 90% ਧੱਕਾ ਉਹ ਕਰਦਾ ਤੇ 5-10% ਜਿਹੜੇ ਇੰਡੀਆ 'ਚ ਬੈਠੇ ਨੇ ਉਹ ਵੀ ਧੱਕਾ ਕਰਦੇ ਨੇ। ਧੱਕੇ ਕਿਸ ਤਰ੍ਹਾਂ ਦੇ ਹੋ ਰਹੇ ਆਪਾਂ ਉਹਦੇ ਤੇ ਪਹਿਲਾਂ ਮੁੱਦੇ ਤੇ ਚਰਚਾ ਕਰੀਏ ਜੀ। ਸਭ ਤੋਂ ਪਹਿਲਾਂ ਤਾਂ ਧੱਕਾ ਹੁੰਦਾ ਹੈ ਇੰਡੀਆ ਵਿੱਚ, ਇੰਡੀਆ ਤੋਂ ਇੰਡੀਆ। ਆਪਾਂ ਇੰਡੀਆ ਤੋਂ ਇੰਡੀਆ ਦੀ ਗੱਲ ਕਰੀਏ, ਅੱਜ ਆਪਣਾ ਕੋਈ ਵੀ ਪੰਜਾਬੀ ਅਖਬਾਰ ਲੈ ਲਓ, ਐਤਵਾਰ ਦਾ, ਸ਼ਨੀਵਾਰ ਦਾ, ਉਹਨੂੰ ਪੜ੍ਹਨਾ ਸ਼ੁਰੂ ਕਰ ਦਿਓ। ਵਿਆਹ ਆਈਲਸ ਤੇ ਬੈਂਡ ਨਾ ਹੋ ਰਿਹਾ। 6 ਬੈਂਡ ਵਾਲੀ ਕੁੜੀ, 6 ਬੈਂਡ ਵਾਲੀ ਕੁੜੀ, 5 ਬੈਂਡ ਵਾਲੀ ਕੁੜੀ, 7 ਬੈਂਡ ਵਾਲਾ ਮੁੰਡਾ। ਵਿਆਹ ਤੇ ਖਰਚਾ ਕਰਨ ਵਾਲਾ ਪਰਿਵਾਰ ਦੀ ਲੋੜ ਹੈ ਜੀ, ਬਿਲਕੁਲ। ਤੇ ਵਿਆਹ ਤੇ ਖਰਚਾ ਪਲੱਸ ਵਿਦੇਸ਼ ਲਿਜਾਣ ਲਈ ਖਰਚਾ ਕਰਨ ਲਈ ਲੋੜ ਹੈ। ਉਹ ਜਦੋਂ ਮੁੱਦੇ ਇਹੋ ਜਿਹੇ, ਮਤਲਬ 5 ਬੈਂਡ ਨਾਲ ਵਿਆਹ ਹੋ ਰਿਹਾ ਤੇ ਡੈਫੀਨੇਟਲੀ ਉਹ ਬੈਂਡਾਂ ਨਾਲ ਹੀ ਵਿਆਹ ਹੁੰਦਾ, ਕੁੜੀ ਜਾਂ ਮੁੰਡੇ ਨਾਲ ਤਾਂ ਵਿਆਹ ਹੀ ਨਹੀਂ ਹੁੰਦਾ। ਬਿਲਕੁਲ। ਪਹਿਲਾਂ ਸਭ ਕੁਝ ਰੋਜ਼ੀ ਪਿਕਚਰ ਲੱਗਦੀ ਹੈ, ਮੁੰਡੇ ਕੁੜੀਆਂ ਆਪਸ 'ਚ ਮਿਲਦੇ ਵੀ ਨੇ, ਆਪਣੇ ਸੰਬੰਧ ਵੀ ਬਣਾਉਂਦੇ ਨੇ। ਉਸ ਮਰਿਆਦਾ ਨੂੰ, ਉਸ ਮਹਾਰਾਜ ਦੇ ਅੱਗੇ ਲਈਆਂ ਲਾਵਾਂ ਜਾਂ ਅਗਨੀ ਦੇ ਅੱਗੇ ਲਈਆਂ ਲਾਵਾਂ ਉਹਨਾਂ ਲਈ ਇੱਕ ਟੁੱਚ ਹਥਿਆਰ ਬਣ ਚੁੱਕਾ ਹੈ ਕਿ ਇੱਕ ਬਸ 4 ਘਮੇਰੀਆਂ ਹੀ ਖਾਣੀਆਂ। ਉਹ ਮਰਿਆਦਾ ਨੂੰ ਤੋੜ ਰਹੇ ਨੇ, ਉਸ ਭਾਵਨਾਵਾਂ ਨੂੰ ਤੋੜ ਰਹੇ ਨੇ। ਔਰ ਜਿਹੜੇ ਬੰਦੇ ਐਡ ਦੇ ਰਹੇ ਆ ਉਹ ਵੀ ਬਰਾਬਰ ਦੇ ਕਸੂਰਵਾਰ ਹੈ। ਮਾਨਯੋਗ ਹਾਈ ਕੋਰਟ ਦੀਆਂ ਕਈ ਜੱਜਮੈਂਟਸ ਵਿੱਚ ਇਹਦਾ ਜ਼ਿਕਰ ਕੀਤਾ ਗਿਆ। ਔਰ ਜਿਹੜੇ ਬੰਦੇ ਉਹਨਾਂ ਨੂੰ ਮੰਨਦੇ ਆ, ਯਾਨੀ ਕਿ ਮੰਨ ਲਓ ਅਖਬਾਰ 'ਚ ਐਡ ਆ ਗਈ, ਮੈਂ ਕਹਿਤਾ ਜੀ ਮੈਂ ਮੁੰਡਾ ਜੀ, ਮੈਂ ਨਾਲ ਜਾਣਾ ਚਾਹੁੰਦਾ ਜੀ, ਜਾਂ ਮੈਂ ਖਰਚਾ ਕਰ ਦੂੰਗਾ। ਉਹ ਭਲਿਆ ਲੋਕਾਂ ਪਹਿਲਾਂ ਕੁਛ ਤਾਂ ਵੇਖ ਲੈ। ਮੇਰੇ ਕੋਲ ਐਸੇ ਕੇਸ ਵੀ ਆਏ ਨੇ ਜਿਹਦੇ ਵਿੱਚ ਇੰਡੀਆ ਦੀਆਂ ਕੁੜੀਆਂ ਨੇ ਆਲਰੇਡੀ ਵਿਆਹ ਕਰਾਇਆ ਸੀ, ਉਸ ਤੋਂ ਬਾਅਦ ਉਹ ਵਿਆਹ ਤਲਾਕ ਲਏ ਬਿਨਾਂ ਅਖਬਾਰ 'ਚ ਐਡ ਵੀ ਦੇ ਦਿੱਤੀ। ਅੱਛਾ, ਅਖਬਾਰ 'ਚ ਐਡ ਦੇਣ ਤੋਂ ਬਾਅਦ ਨਵਾਂ ਵਿਆਹ ਵੀ ਕਰਾ ਲਿਆ। ਬਾਹਰ ਵੀ ਚਲੀ ਗਈ, ਬਾਹਰ ਜਾ ਕੇ ਨਵੇਂ ਮੁੰਡੇ ਨੂੰ ਵੀ ਨਹੀਂ ਸੱਦਿਆ ਤੇ ਉਹਦੇ ਪੈਸੇ ਵੀ ਠੱਗ ਗਈ। ਅੱਛਾ ਜੀ। ਉਹਨਾਂ ਦੇ ਖਿਲਾਫ ਪਰਚੇ ਵੀ ਹੋਏ ਨੇ, ਪਰਿਵਾਰ ਦੇ ਖਿਲਾਫ ਵੀ ਪਰਚੇ ਹੋਏ ਨੇ। ਤਾਂ ਉਸ ਕਹਿਣ ਦਾ ਭਾਵ ਹੈ ਕਿ ਜਦੋਂ ਨੀਤ ਬਦਨੀਤ ਹੋ ਚੁੱਕੀ ਹੈ, ਮਤਲਬ ਆਪਾਂ ਕਿੰਨਾ ਪਵਿੱਤਰ ਰਿਸ਼ਤਾ ਮੰਨਦੇ ਸੀ ਇੱਕ ਪਤੀ ਪਤਨੀ ਦਾ। ਅਸੀਂ ਕਹਿੰਦੇ ਹਾਂ ਕਿ ਪ੍ਰਮਾਤਮਾ ਨੇ ਆਪਣੇ ਘਰ 'ਚ ਲਿਖਿਆ ਤੇ ਇੱਥੇ ਸੰਜੋਗ ਹੋ ਰਹੇ ਨੇ। ਅਸੀਂ ਈਵਨ ਆਪਣੇ ਸੰਬੰਧ ਬਣਾਉਣ ਲੱਗਿਆ ਵੀ ਇਹ ਨਹੀਂ ਧਿਆਨ ਦਿੰਦੇ ਕਿ ਅਸੀਂ ਇਸ ਚੀਜ਼ ਨੂੰ ਚੰਗਾ ਕਰ ਰਹੇ ਹਾਂ, ਮਾੜਾ ਕਰ ਰਹੇ ਹਾਂ। ਸੋ ਕਾਨੂੰਨਨ ਤੌਰ ਤੇ ਜੇ ਵੇਖਿਆ ਜਾਵੇ ਤੇ ਇੱਕ ਫਰਾਡ ਹੋ ਰਿਹਾ, ਜਿਹੜਾ ਕਿ 2 ਮੁੰਡੇ ਕੁੜੀ ਸਿਰਫ ਉਹਦੀ ਗੱਲ ਨਹੀਂ ਹੈ, ਪੂਰੇ ਪਰਿਵਾਰ ਨਾਲ। ਔਰ ਉਹਦੀ ਬੁਰਾਈ ਪੂਰੇ ਸਮਾਜ ਤੇ ਪੈ ਰਹੀ ਹੈ, ਜਿਹਦੇ ਕਰਕੇ ਕੁਝ ਚੰਗੇ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ। ਫਿਰ ਦੂਸਰਾ ਮੁੱਦਾ ਆ ਜਾਂਦਾ ਹੈ ਕਿ ਮੁੰਡਾ ਬਾਹਰ ਹੈ ਜਾਂ ਕੁੜੀ ਬਾਹਰ ਹੈ ਤੇ ਦੂਜਾ ਪਾਰਟਨਰ ਇੱਥੇ ਹੈ।
ਜਦੋਂ ਅਸੀਂ ਵਿਆਹ ਕਰਦੇ ਆ ਕਿਸੇ ਵੀ ਆਪਣੇ ਬੱਚੇ ਦਾ, ਸਾਡਾ ਬੱਚਾ ਤਾਂ ਕੀਮਤੀ ਹੈ ਨਾ ਜੀ ਸਾਡੇ ਲਈ। ਜੀ ਬਿਲਕੁਲ। ਜੇ ਅਸੀਂ ਉਹਦੇ ਵਿਆਹ ਤੇ 20 ਲੱਖ 10 ਲੱਖ 15 ਲੱਖ 30 ਲੱਖ ਖਰਚ ਸਕਦੇ ਆ ਤੇ ਕਿਉਂ ਨਹੀਂ 1 ਲੱਖ ਰੁਪਏ ਖਰਚ ਕੇ ਟਿਕਟ ਲੈ ਕੇ ਅਮਰੀਕਾ ਜਾ ਕੇ ਉਹਦੇ ਬਾਰੇ ਪੁੱਛਤਾਛ ਕਰਦੇ ਜਾਂ ਉੱਥੋਂ ਦੇ ਕਿਸੇ ਭੈਣ ਭਰਾ ਨੂੰ ਉਹਦੇ ਬਾਰੇ ਪਤਾ ਕਰਾਉਂਦੇ। ਅਸਲ 'ਚ ਪਤਾ ਕੀ ਗੱਲ ਹੈ, ਲੋਕਾਂ ਨੂੰ ਐਂ ਲੱਗਦਾ ਹੈ ਕਿ ਸ਼ਾਇਦ ਜਿਹੜਾ ਸਾਡਾ ਰਿਸ਼ਤੇਦਾਰ ਹੈ, ਸਾਡਾ ਭੈਣ ਭਰਾ ਹੈ ਨਾ, ਉਹ ਕਿਤੇ ਭਾਨੀ ਨਾ ਮਾਰਦੇ, ਇਸ ਕਰਕੇ ਉਹ ਕਿਸੇ ਰਿਸ਼ਤੇਦਾਰ ਨੂੰ ਜਾਂ ਉਧਰ ਦੇ ਕਿਸੇ ਜਾਣਕਾਰ ਨੂੰ ਵਿੱਚ ਇਨਵੋਲਵ ਹੀ ਨਹੀਂ ਕਰਨਾ ਚਾਹੁੰਦੇ। ਬਿਲਕੁਲ ਤੁਸੀਂ ਠੀਕ ਕਹਿੰਦੇ ਪਏ ਹੋ। ਫਿਰ ਆਪ ਚਲੇ ਜਾਓ। ਜੇ ਤੁਸੀਂ ਰਿਸ਼ਤੇਦਾਰ ਨੂੰ ਨਹੀਂ ਦੱਸਣਾ ਚਾਹੁੰਦੇ, ਆਪ ਚਲੇ ਜਾਓ। ਕੋਈ ਲੀਗਲ ਡਾਕੂਮੈਂਟ ਅਸੀਂ ਕ੍ਰੀਏਟ ਕਰ ਸਕਦੇ ਹਾਂ, ਕਿਸੇ ਵਕੀਲ ਨੂੰ ਵਿੱਚ ਪਾ ਲਓ, ਕਿਉਂਕਿ ਉਸ ਤੋਂ ਬਾਅਦ ਜਦੋਂ ਤੁਸੀਂ ਵਕੀਲਾਂ ਕੋਲ ਜਾ ਕੇ ਧੱਕੇ ਖਾਂਦੇ ਹੋ, ਕਚਹਿਰੀਆਂ 'ਚ ਜਾ ਕੇ ਧੱਕੇ ਖਾਂਦੇ ਹੋ, ਫਿਰ ਤੁਸੀਂ ਪਰੇਸ਼ਾਨ ਹੁੰਦੇ ਹੋ, ਉੱਚੀ ਉੱਚੀ ਰੋ ਕੇ ਵਿਖਾਉਂਦੇ ਹੋ, ਤੇ ਉਸ ਰੋਣ ਨੂੰ ਬਚਾਉਣ ਲਈ ਐਟਲੀਸਟ ਤੁਸੀਂ ਆਪਸ 'ਚ ਉਹ ਸ਼ਰਤਾਂ ਪਹਿਲਾਂ ਖੋਲੋ। ਆਫਟਰ ਆਲ ਤੁਹਾਡੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ, ਕੱਲ ਨੂੰ ਤੁਹਾਨੂੰ ਹੀ ਉਹਨੂੰ ਸਾਂਭਣਾ ਪੈਣਾ, ਸੜਕ ਤੇ ਸੁੱਟ ਨਹੀਂ ਸਕਦੇ ਜੀ। ਐਸੇ ਕੇਸ ਵੀ ਦੇਖੇ ਹੈ ਕਿ ਇੱਥੋਂ ਲੜਕਾ ਜਾਂ ਲੜਕੀ ਵਿਆਹ ਕੇ ਚਲਾ ਗਿਆ, ਜਾਣ ਤੋਂ ਬਾਅਦ ਉੱਥੇ ਉਹਨੂੰ ਘਰੋਂ ਕੱਢ ਦਿੱਤਾ ਗਿਆ। ਸੋ ਕਈ ਉਹ ਹੁਣ ਕੱਲਾ ਬੱਚਾ ਉੱਥੇ, ਮੁੰਡਾ ਹੈ ਚਾਹੇ ਕੁੜੀ ਹੈ, ਔਰ ਉਹ ਕਿਸ ਤਰ੍ਹਾਂ ਕਾਨੂੰਨੀ ਮਤਲਬ ਕਈ ਲੜਕੀਆਂ ਜਾਂ ਕਈ ਲੜਕਿਆਂ ਨੂੰ ਉੱਥੇ ਹੋਸਟਲ ਮਿਲੇ ਨੇ ਸਰਕਾਰ ਵੱਲੋਂ ਕਿ ਤੁਸੀਂ ਕੁਝ ਦਿਨ ਇੱਥੇ ਰਹਿ ਲਓ। ਫਿਰ ਉਹ ਸ਼ਿਓਰਟੀਜ਼ ਭਰਨ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪਬਲਿਕ ਪਲੇਸ ਤੇ ਆਉਂਦੇ ਨੇ। ਸੋ ਤੁਹਾਡੀਆਂ ਪ੍ਰਾਪਰਟੀਆਂ ਵੰਡੀਆਂ ਜਾਂਦੀਆਂ, ਮਤਲਬ ਕਲੇਸ਼ ਦਾ ਕਾਰਨ ਬਣਦਾ ਹੈ। ਤੇ ਕਿਉਂ ਆਪਾਂ ਇੰਨੇ ਕਾਹਲੇ ਪੈਂਦੇ ਆ? ਉੱਥੇ ਕਿਹੜਾ ਜਾਂਦੇ ਆ ਸੋਨੇ ਦੇ ਬਿਸਕੁਟ ਲੱਗੇ ਵ੍ਰਿਕਸ਼ਾਂ ਨੂੰ ਕਿ ਜਾਂਦੇ ਆ ਪੁੱਟ ਲੈਣੇ ਨੇ, ਕਰਨੀਆਂ ਤੇ ਜਾ ਕੇ ਟਾਇਲਟ ਸਾਫ ਹੀ ਹੈ ਤੁਸੀਂ। ਤੇ ਕਿਉਂ ਨਾ ਤੁਸੀਂ ਥੋੜਾ ਪੜ੍ਹਾਈ ਕਰੋ, ਥੋੜੇ ਇੱਜ਼ਤਦਾਰ ਤਰੀਕੇ ਨਾਲ ਜਾਓ। ਜਾਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਦੋਨੋਂ ਪਰਿਵਾਰ ਆਪਣੇ ਆਪਸ 'ਚ ਗੱਲਾਂ ਖੋਲੋ, ਪਰਿਵਾਰ ਦੀਆਂ ਗੱਲਾਂ ਖੋਲੋ, ਤੇ ਆਪਣੇ ਆਪ ਨੂੰ ਤੇ ਸਮਾਜ ਨੂੰ ਇਸ ਬੁਰਾਈ ਤੋਂ ਬਚਾਓ। ਫਰਾਡ ਬੜੀ ਤਰ੍ਹਾਂ ਦੇ ਕਰਦੇ ਪਏ ਨੇ ਲੋਕ। ਇਹੋ ਜਿਹੇ ਕੇਸ ਆਏ ਨੇ ਕਿ ਲੜਕੇ ਨੇ ਇੱਥੇ ਕੈਨੇਡਾ ਦੀ ਲੜਕੀ ਨੇ ਸ਼ਾਦੀ ਕੀਤੀ, ਕਰਨ ਤੋਂ ਬਾਅਦ ਫੋਰਨ ਗਿਆ, ਬੱਚਾ ਪੈਦਾ ਹੋਇਆ। ਬੱਚਾ ਪੈਦਾ ਹੋਣ ਤੋਂ ਬਾਅਦ, ਬੱਚਾ ਪੈਦਾ ਹੋਣ ਦੇ ਦੌਰਾਨ ਜਿਹੜੇ 9-10 ਮਹੀਨੇ ਸਾਲ ਲੱਗ ਗਿਆ, ਉਹਦੇ ਦੌਰਾਨ ਉਹ ਮੁੰਡੇ ਦੇ ਪੀਆਰ ਦੇ ਕਾਰਡ ਬਣ ਗਏ। ਜਦੋਂ ਉਧਰ ਪੱਕਾ ਹੋ ਗਿਆ ਤੇ ਉਧਰ ਨੂੰ ਉੜਨ ਸ਼ੁਰੂ ਹੋ ਗਿਆ, ਸਹੀ ਹੈ, ਲੱਭਾ ਹੀ ਨਹੀਂ ਕਿੱਥੇ ਗਿਆ ਜੀ। ਸੋ ਮਤਲਬ ਐਸੇ ਕਈ ਮੁੱਦੇ ਨੇ। ਮਤਲਬ ਜਦੋਂ ਜਾਣਾ ਹੈ ਉਸ ਵੇਲੇ ਦੀਆਂ ਫਿਕਰਾਂ, ਉਸ ਵੇਲੇ ਦੀਆਂ ਗੱਲਾਂ ਹੋਰ ਨੇ। ਜਾਣ ਤੋਂ ਬਾਅਦ ਬਿਆਨ ਹੀ ਬਿਲਕੁਲ ਬਦਲ ਜਾਂਦੇ ਆ ਲੋਕਾਂ ਦੇ। ਬਿਆਨ ਮੈਂ ਕਿਹਾ ਉਸ ਲੜਕੀ ਨੂੰ ਤੇ ਤੁਸੀਂ ਮਤਲਬ ਜਾਂ ਫਿਰ ਤੂੰ ਬੱਚਾ ਹੀ ਨਾ ਪੈਦਾ ਕਰਨਾ, ਉਹ ਕੁੜੀ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ, ਉਸ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਗਈ, ਉਸ ਪਰਿਵਾਰ ਦੀ ਜ਼ਿੰਦਗੀ ਬਰਬਾਦ ਹੋ ਗਈ। ਔਰ ਉਹ ਕੇਸ ਕਰੇ ਤੇ ਕਰੇ ਕਿੱਥੇ? ਕਰੇਗੀ ਇੱਥੇ ਇੰਡੀਆ 'ਚ ਵੀ ਕਰੇ ਤੇ ਪਤਾ ਲੱਗਦਾ ਘਰ ਨੂੰ ਤਾਲਾ ਵੱਜਿਆ ਜੀ, ਸਾਰੇ ਬਾਹਰ ਗਏ ਨੇ ਤੇ ਬਾਹਰ ਦਾ ਟਿਕਾਣਾ ਹੀ ਨਹੀਂ ਪਤਾ। ਜਿਹੜੇ ਰਿਸ਼ਤੇਦਾਰ ਵਿੱਚ ਪਏ ਨੇ ਉਹ ਪੈੜਾ ਛਡਾ ਲੈਂਦੇ ਨੇ। ਸੋ ਮਤਲਬ ਪਰੇਸ਼ਾਨੀਆਂ ਜ਼ਰੂਰਤ ਨਾਲੋਂ ਜ਼ਿਆਦਾ ਵੱਧ ਗਈਆਂ ਨੇ, ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਜਿਵੇਂ ਫੋਰਨ ਦੇ ਹਾਲ ਸੀ ਕਿ ਲੋਕ ਵਿਆਹ ਹੀ ਨਹੀਂ ਕਰਾਉਂਦੇ, ਲਿਵਿੰਗ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਨੇ, ਔਰ ਬੱਚਾ ਹੋਏਗਾ ਤੇ ਕੌਣ ਸਾਂਭੇਗਾ, ਕੌਣ ਉਹਨੂੰ ਕਿੰਨੇ ਪੈਸੇ ਦੇਵੇਗਾ। ਸ਼ਾਇਦ ਵਿਆਹ ਦਾ ਜਿਹੜਾ ਪਵਿੱਤਰ ਬੰਧਨ ਹੈ ਹੋਰ 5-10 ਸਾਲਾਂ ਤੱਕ ਇਹਦਾ ਰਿਵਾਜ ਮੁੱਕ ਜਾਏਗਾ। ਲੇਕਿਨ ਇਹ ਸਾਡੇ ਕਲਚਰ ਵਾਸਤੇ ਤਾਂ ਬੜੀ ਮਾੜੀ ਗੱਲ ਹੈ, ਕਿਉਂਕਿ ਅਸੀਂ ਜਿਸ ਕਲਚਰ ਨੂੰ ਬਿਲੋਂਗ ਕਰਦੇ ਹਾਂ ਉੱਥੇ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੱਕ ਨਜਾਇਜ਼ ਜਿਹੜਾ ਸ਼ਬਦ ਹੈ ਉਹ ਜ਼ਰੂਰ। ਦੁਨੀਆ ਦਾ ਸਭ ਤੋਂ ਪੁਰਾਣਾ ਕਲਚਰ ਸਾਡਾ ਕਲਚਰ ਹੈ ਆਰਿਆਵਰਤ ਜੀ। ਸ਼ੁਰੂਆਤ ਕਹਿੰਦੇ ਨੇ, ਸਾਡੇ ਗ੍ਰੰਥ ਕਹਿੰਦੇ ਨੇ ਕਿ ਸ਼ੁਰੂਆਤ ਆਰਿਆਵਰਤ ਤੋਂ ਹੋਈ ਸੀ, ਤੇ ਉਸ ਤੋਂ ਬਾਅਦ ਸਾਰੇ ਧਰਮ ਕੋਈ 400 ਸਾਲ ਪੁਰਾਣਾ, ਕੋਈ 500 ਸਾਲ ਪੁਰਾਣਾ, ਕੋਈ 1000 ਸਾਲ ਪੁਰਾਣਾ। ਸੋ ਮਰਿਆਦਾ ਜੇ ਮੁੱਕਦੀ ਜਾਏਗੀ ਤੇ ਕਾਨੂੰਨ ਵੀ ਉੱਥੇ ਕੀ ਕਰ ਲੇਗਾ ਜੀ। ਮਤਲਬ ਹੱਲ ਕੀ ਹੋ ਸਕਦਾ ਹੈ? ਕੋਈ ਹੱਲ ਹੈਗਾ? ਜਿੱਥੇ ਧੱਕਾ ਹੋ ਰਿਹਾ ਵਾ ਉਹਨਾਂ ਨੂੰ ਸੋਲੂਸ਼ਨ ਮਿਲ ਜਾਊਗਾ ਜੇ ਤੁਹਾਡੇ ਨਾਲ ਕਿਸੇ ਤਰੀਕੇ ਨਾਲ ਰਾਬਤਾ ਕਰਦੇ ਨੇ, ਉਹਨਾਂ ਦਾ ਹੱਲ ਮਿਲੂਗਾ। ਕਿਸ ਤਰੀਕੇ ਨਾਲ ਮਿਲ ਸਕਦਾ? ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਆਪਾਂ ਪ੍ਰੀਵੈਂਸ਼ਨ 'ਚ ਨਹੀਂ ਕੱਟ ਸਕਦੇ ਜ਼ਿੰਦਗੀ, ਕਿ ਅਸੀਂ ਗਲਤੀ ਹੋਣ ਤੋਂ ਬਚਾ ਲਈਏ ਕਿਸੇ ਵੀ ਕਾਰਨ ਕਰਕੇ, ਤੇ ਡੈਫੀਨੇਟਲੀ ਕਿਉਰ ਤੇ ਕਰਨਾ ਹੀ ਪਏਗਾ, ਦਵਾਈ ਤੇ ਦੇਣੀ ਪਏਗੀ। ਸੋ ਸਾਡੇ ਕਲਾਇੰਟ ਜਿਹੜੇ ਸਾਨੂੰ ਆ ਕੇ ਆਪਣੀ ਫਿਰ ਸਟੋਰੀ ਸੁਣਾਉਂਦੇ ਨੇ, ਮੇਰੀ ਜੂਨੀਅਰ ਟੀਮ ਉਹਨਾਂ ਨਾਲ ਲਾਇਜ਼ਨ ਕਰਦੀ ਹੈ। ਅਸੀਂ ਉਹਨਾਂ ਦਾ ਇੱਕ ਇਵੈਂਟ ਚਾਰਟ ਬਣਾਉਂਦੇ ਆ। ਮਤਲਬ ਅਸੀਂ ਕਹਿੰਦੇ ਆ ਠੀਕ ਹੈ ਜੀ, ਤੁਸੀਂ ਸਭ ਤੋਂ ਪਹਿਲੇ ਦਿਨ ਕਿੱਦਣ ਮਿਲੇ ਉਹਦੀ ਤਰੀਕ ਪਾਉਂਦੇ ਆ, ਉਹਦੇ ਤੇ ਇਵੈਂਟ ਲਿਖਦੇ ਆ, ਉਹਦੀਆਂ ਕੋਈ ਫੋਟੋਆਂ ਖਿੱਚੀਆਂ ਜਾਂ ਕੋਈ ਆਪਸ ਵਿੱਚ ਗਿਫਟ ਐਕਸਚੇਂਜ ਹੋਏ ਉਹਦੇ ਬਾਰੇ ਗੱਲ ਕਰਦੇ ਆ। ਸੋ ਇਵੈਂਟ ਚਾਰਟ ਬਣਦਾ ਉਦੋਂ ਤੋਂ ਲੈ ਕੇ ਅੱਜ ਤੱਕ ਦੀ ਸਟੋਰੀ ਦਾ, ਵੀ ਅੱਜ ਤੱਕ ਤੁਸੀਂ ਇੱਕ ਦੂਜੇ ਪ੍ਰਤੀ ਕੀ ਕਰ ਚੁੱਕੇ ਹੋ, ਕਿਹੜੀ ਅਥਾਰਟੀ ਨਾਲ ਰਾਬਤਾ ਕਾਇਮ ਕਰ ਚੁੱਕੇ ਹੋ, ਤੁਹਾਨੂੰ ਕੀ ਹੁਣ ਤੱਕ ਰਿਲੀਫ ਮਿਲਿਆ ਜਾਂ ਨਹੀਂ ਮਿਲਿਆ। ਇਵੈਂਟ ਚਾਰਟ ਬਣਨ ਤੋਂ ਬਾਅਦ ਫਿਰ ਸਾਡਾ ਕੰਮ ਸ਼ੁਰੂ ਹੁੰਦਾ ਡਰਾਫਟਿੰਗ ਦੇ ਉੱਪਰ। ਅਸੀਂ ਫਿਰ ਲੀਗਲ ਡਰਾਫਟਿੰਗ ਕਰਦੇ ਹਾਂ ਕੰਪਲੇਂਟ ਦੀ, ਵੀ ਉਹਦੇ ਵਿੱਚ ਇਸ਼ੂ ਫਰੇਮ ਕਰਦੇ ਹਾਂ ਕਿ ਇਹਦੇ ਵਿੱਚ ਕੀ ਇਲੀਗਲ ਕੰਮ ਹੋਇਆ। ਕਿਆ ਵਿਆਹ ਫੇਕ ਸੀ, ਪਹਿਲਾਂ ਉਸ ਲੜਕੀ ਨੇ ਵਿਆਹ ਕਰਾਇਆ ਸੀ, ਦੂਜਾ ਵਿਆਹ ਮੇਰੇ ਨਾਲ ਕਰਾਉਂਦੀ ਹੈ ਝੂਠ ਬੋਲ ਕੇ,
ਜਾਂ ਮੁੰਡੇ ਨੇ ਦੂਜਾ ਵਿਆਹ ਕਰਾਇਆ ਜਾਂ ਤੀਜਾ ਵਿਆਹ ਕਰਾਇਆ, ਮਤਲਬ ਇੱਥੇ ਤੇ ਮੇਰੇ ਕੋਲ ਇਹੋ ਜਿਹੇ ਕੇਸ ਹੈ 8-8 ਵਿਆਹ ਕਰਾਏ ਨੇ। 1 ਸਾਲ 'ਚ 1 ਵਿਆਹ, ਔਰ ਉਹਨੂੰ ਗੈਰ ਕੀਤਾ, ਮੁੰਡੇ ਵਾਲੇ ਕੋ ਪੈਸੇ ਲੁੱਟੇ, ਅਗਲੇ ਪਾਸੇ ਗਏ। ਸੋ ਮੈਂ ਉਸ ਪਰਿਵਾਰ ਨੂੰ ਵੀ, ਉਹ ਡੋਲੀ ਨੂੰ ਵੀ ਮੈਂ ਅੰਦਰ ਕਰਾਇਆ, ਉਹਦੇ ਪੂਰੇ ਪਰਿਵਾਰ ਨੂੰ ਅੰਦਰ ਕਰਾਇਆ ਜਿਹੜੇ ਇਹਨੂੰ ਕੁਝ ਕਰਦੇ ਸੀ ਜੀ, ਡਰਾਇਆ ਧਮਕਾਇਆ, ਪੈਸੇ ਲਿੱਤੇ, ਅੱਗੇ ਚਲੇ ਗਏ। ਸੋ ਅਸੀਂ ਫਿਰ ਕੰਪਲੇਂਟ ਫਰੇਮ ਕਰਦੇ ਹਾਂ। ਕੰਪਲੇਂਟ ਜੇ ਇੰਡੀਆ ਦੇ ਜਿਹੜੇ ਵੀ ਅਦਾਰੇ ਨੂੰ ਦੇਣੀ ਹੈ ਅਸੀਂ ਉਹ ਕੰਪਲੇਂਟ ਦਿੰਦੇ ਹਾਂ। ਈਵਨ ਮੈਂ ਜਿਹੜਾ ਕੰਮ ਕਰਦਾ ਉਹਦੇ ਵਿੱਚ ਜਿਹੜਾ ਫੋਰਨ ਕੰਟਰੀ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ, ਅਮਰੀਕਾ, ਪੁਰਤਗਾਲ, ਸਪੇਨ, ਕਈ ਮੁਲਕ ਨੇ ਜਿਨ੍ਹਾਂ ਤੋਂ ਇੰਗਲੈਂਡ ਹੈ, UK ਹੈ, ਈਵਨ ਉੱਥੋਂ ਦੀਆਂ ਵੀ ਜਿੰਨੀਆਂ ਪੁਲਿਸ ਅਥਾਰਟੀਜ਼ ਔਰ ਬਾਕੀ ਅਥਾਰਟੀਜ਼ ਨੇ, ਜਿਵੇਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਉੱਥੇ ਇੱਕ ਡਿਪਾਰਟਮੈਂਟ ਆਉਂਦਾ ਹੈ ਲਾਈਫ ਕੇਅਰ ਡਿਪਾਰਟਮੈਂਟ, ਇਹੋ ਜਿਹੇ ਅਦਾਰਿਆਂ ਨੂੰ ਅਸੀਂ ਇੱਥੋਂ ਕੰਪਲੇਂਟ ਪਾਉਂਦੇ ਹਾਂ ਜੀ। ਸੋ ਨੋ ਡਾਊਟ 2-3 ਮਹੀਨਿਆਂ ਬਾਅਦ ਉਹਦਾ ਸਾਨੂੰ ਰਿਪਲਾਈ ਜ਼ਰੂਰ ਆਉਂਦਾ ਹੈ ਕਿ ਯੈਸ ਵੀ ਹੈਵ ਰਿਸੀਵਡ ਯੂਅਰ ਕੰਪਲੇਂਟ, ਤੇ ਤੁਸੀਂ ਕਾਈਂਡਲੀ ਆਪਣੇ ਸਾਰੇ ਪ੍ਰੂਫ ਵਗੈਰਾ ਸਾਨੂੰ ਭੇਜੋ, ਸਾਨੂੰ ਜੋ ਕੰਪਲੇਂਟਾਂ ਤੁਸੀਂ ਕੀਤੀਆਂ ਉਹ ਭੇਜੋ ਜੀ। ਤੇ ਜਿਵੇਂ ਕੈਨੇਡਾ ਦਾ ਡਿਪਾਰਟਮੈਂਟ ਹੈ CBA, ਜਿਹੜਾ ਇਮੀਗ੍ਰੇਸ਼ਨ ਨੂੰ ਡੀਲ ਕਰਦਾ, ਜਿੱਥੇ ਉਸ ਲੜਕੇ ਨੇ ਇਮੀਗ੍ਰੇਸ਼ਨ ਪਾਈ ਹੋਏਗੀ ਤੇ ਇਹੋ ਜਿਹੀ ਕੰਪਲੇਂਟ ਪੈਣ ਤੋਂ ਬਾਅਦ ਉਹਦੇ ਤੇ ਰੋਕ ਲੱਗਦੀ ਹੈ। ਸੋ ਸ਼ਿਕੰਜਾ ਕੱਸਿਆ ਜਾਂਦਾ ਹੈ, ਨੋ ਡਾਊਟ। ਉੱਥੇ ਵੀ ਕੰਪਲੇਂਟਾਂ ਪੈਰਲਲੀ ਚੱਲ ਜਾਂਦੀਆਂ, ਇੰਡੀਆ 'ਚ ਵੀ ਕੰਪਲੇਂਟਾਂ ਪੈਰਲਲੀ ਚੱਲ ਜਾਂਦੀਆਂ, ਔਰ ਅਲਟੀਮੇਟਲੀ ਰਿਲੀਫ ਮਿਲਦਾ ਹੈ ਜਦੋਂ ਸਾਹਮਣੇ ਵਾਲੀ ਪਾਰਟੀ ਨੂੰ ਚੁੰਡੀ ਭੋਰੀ ਜਾਂਦੀ ਹੈ ਜਿੰਨੇ ਗਲਤ ਕੰਮ ਕੀਤਾ ਹੈ, ਤੇ ਫਿਰ ਉਹ ਟੇਬਲ ਤੇ ਬੈਠਦੇ ਨੇ ਜੀ। ਟੇਬਲ ਤੇ ਬੈਠ ਕੇ ਜੋ ਵੀ ਫਿਰ ਪੈਸਿਆਂ ਦਾ ਆਪਸੀ ਲੈਣ ਦੇਣ ਹੈ ਜਾਂ ਜੋ ਵੀ ਟਰਮਸ ਦੋਨਾਂ ਪਾਰਟੀਆਂ ਨੂੰ ਆਪਸ ਵਿੱਚ ਮਨਜ਼ੂਰ ਹੋਣ, ਉਹਦੇ ਮੁਤਾਬਕ ਫਿਰ ਅਸੀਂ ਉਹਨੂੰ ਕਲੋਜ਼ ਕਰਾ ਕੇ ਉਹਦਾ ਫਿਰ ਫਾਈਨਲੀ ਤਲਾਕ। ਮਤਲਬ ਇਹ ਕਹੀਏ ਵੀ ਸਮਾਂ ਜ਼ਰੂਰ ਲੱਗਦਾ, ਲੇਕਿਨ ਜੇ ਸਹੀ ਤਰੀਕੇ ਨਾਲ ਸਹੀ ਗਾਈਡੈਂਸ ਦੇ ਥਰੂ ਬੰਦਾ ਚੱਲਦਾ ਹੈ ਤਾਂ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਜ਼ਰੂਰ ਸੋਲਵ ਹੋ ਜਾਂਦੀ ਹੈ, ਹਨਾ। ਮਤਲਬ 99.99% ਪ੍ਰੋਬਲਮ ਜਿਹੜੀ ਹੈ ਉਸ ਚੋਂ ਨਿਕਲ ਸਕਦਾ ਬੰਦਾ। ਇੱਥੇ ਗੱਲ ਜਿਹੜੀ ਸੁਨੀਲ ਸਾਹਿਬ ਮੈਂ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹੂੰਗੀ ਕਿ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ। ਇਮੀਗ੍ਰੇਸ਼ਨ ਵਾਲਿਆਂ ਕੋਲ ਚਲੇ ਜਾਂਦੇ ਨੇ ਲੋਕ, ਏਜੰਟਸ ਕੋਲ ਚਲੇ ਜਾਂਦੇ ਨੇ, ਲਾਇਰਸ ਕੋਲ ਨਹੀਂ ਜਾਂਦੇ ਹੈਗੇ। ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜੇ ਬੰਦੇ ਨੇ ਸਪੈਸ਼ਲ ਪੜ੍ਹਾਈ ਕੀਤੀ ਹੈ, ਜਿਹੜੇ ਬੰਦੇ ਨੂੰ ਤਜਰਬਾ ਆ, ਉਹ ਤੁਹਾਨੂੰ ਸਹੀ ਸਲਾਹ ਦੇ ਸਕਦਾ ਨਾ, ਕਿਉਂਕਿ ਉਹਨਾਂ ਨੇ ਤੁਹਾਡੇ ਪੈਸੇ ਲੈ ਲੈਣੇ, ਤੁਹਾਡਾ ਟਾਈਮ ਖਰਾਬ ਕਰਨਾ ਹੈ। ਸ਼ਾਰਟ ਟਰਮ ਲਈ ਸ਼ਾਇਦ ਤੁਹਾਨੂੰ ਲੱਗੂਗਾ ਕਿ ਉਹ ਤੁਹਾਨੂੰ ਸਹੀ ਰਸਤੇ ਤੇ ਪਾ ਰਹੇ ਨੇ, ਲੇਕਿਨ ਕੋਈ ਵੀ ਵਕੀਲ ਆ ਉਹ ਤੁਹਾਨੂੰ ਗਲਤ ਰਸਤੇ ਤੇ ਡੈਫੀਨੇਟਲੀ ਮੈਮ, ਸਾਡੇ ਕੋਲ ਉਹਦੀ ਕੁਆਲੀਫਿਕੇਸ਼ਨ ਹੈ, ਸਾਡੇ ਕੋਲ ਉਹਦੀ ਪ੍ਰੈਕਟਿਸ ਦਾ ਕੁਝ ਸਮਾਂ ਹੈ, ਸਾਡੇ ਕੋਲ ਉਹਦਾ ਲਾਇਸੈਂਸ ਹੈ, ਲਾਇਸੈਂਸ ਟੂ ਕੰਟੈਸਟ ਜੀ, ਕਿ ਅਸੀਂ ਤੁਹਾਨੂੰ ਤੁਹਾਡੇ ਲੀਗਲ ਰਿਪਰੈਜ਼ੈਂਟੇਟਿਵ ਹੋਣ ਨਾਲ ਅਸੀਂ ਅਦਾਲਤ 'ਚ, ਪੁਲਿਸ ਅੱਗੇ ਜਾਂ ਕਿਸੇ ਵੀ ਅਥਾਰਟੀ ਅੱਗੇ ਅਸੀਂ ਤੁਹਾਡਾ ਪੱਖ ਰੱਖ ਸਕੀਏ ਜੀ। ਔਰ ਡੈਫੀਨੇਟਲੀ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਸਾਰਿਆਂ ਨੂੰ ਕਿ ਜੇ ਮੇਰੇ ਕੋਲ ਮੰਨ ਲਓ ਦੁੱਧ ਹੈ, ਪਾਣੀ ਹੈ, ਚਾਹ ਪੱਤੀ ਹੈ, ਬਰਤਨ ਹੈ, ਗੈਸ ਹੈ, ਕੀ ਬਣਾਵਾਂਗੇ? ਚਾਹ। ਹਾਂ, ਬਸ ਇੰਨਾ ਕੀ ਫਰਕ ਹੈ। ਇਹੋ ਹੀ ਮੈਂ ਦਰਸ਼ਕਾਂ ਨੂੰ ਸਮਝਾਉਣਾ ਚਾਹੁੰਦਾ ਵੀ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨਲ ਕੋਲ ਜਾਓਗੇ ਉਹ ਸਵਾਦ ਚਾਹ ਬਣਾਏਗਾ। ਚਾਹ ਤੇ ਸਵਾਦ ਚਾਹ ਜਿੰਨਾ ਫਰਕ ਹੈ, ਚਾਹ ਤੇ ਸਵਾਦ ਚਾਹ 'ਚ ਬਹੁਤ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਚਾਹ ਤੇ ਕੋਈ ਵੀ ਬਣਾ ਲੇਗਾ, ਮੀਨਸ ਸਲਾਹ ਤੇ ਤੁਹਾਨੂੰ ਕੋਈ ਵੀ ਦੇ ਦੇਗਾ। ਜਿਹੜੇ ਬੰਦੇ ਨੇ ਕਦੀ ਜ਼ਿੰਦਗੀ 'ਚ ਕੋਰਟ ਦਾ ਸੀ ਨਹੀਂ ਵੇਖਿਆ, ਉਹ ਵੀ ਤੁਹਾਨੂੰ ਜੱਜ ਬਣ ਕੇ ਤੁਹਾਡੇ ਫੈਸਲੇ ਸੁਣਾਉਣ ਲੱਗ ਪਏਗਾ। ਸਾਡੇ ਇੰਡੀਆ 'ਚ ਤੇ ਇੱਕ ਬੜੀ ਵੱਡੀ ਮੁਸੀਬਤ ਹੈ, ਕਿਸੇ ਨੂੰ ਜਾ ਕੇ ਕਹੋ ਕਿ ਯਾਰ ਭੈਣ ਜੀ ਤੁਸੀਂ ਬੜੇ ਸਿਆਣੇ ਹੋ, ਦੱਸਿਓ ਜਰਾ ਮੇਰੀ ਆਹ ਪ੍ਰੋਬਲਮ ਹੈ ਕਿੱਦਾਂ ਸੋਲਵ ਹੋਏਗੀ, ਤੇ ਉਹ ਉਸੇ ਵੇਲੇ ਤੁਹਾਨੂੰ ਮਾਸਟਰ ਜੀ ਬਣ ਜਾਏਗਾ, ਚੌੜਾ ਹੋ ਜਾਏਗਾ ਤੇ ਤੁਹਾਨੂੰ ਏਡੀਆਂ ਲੰਬੀਆਂ ਗੱਲਾਂ ਸੁਣਾਏਗਾ ਜਿਹਦਾ ਉਹਨੂੰ ਨਾ ਸਿਰ ਪਤਾ ਹੈ, ਨਾ ਪੈਰ ਪਤਾ, ਨਾ ਉਹਦੀਆਂ ਕਨਸੀਕੁਐਂਸਸ। ਬਿਲਕੁਲ, ਲੋਕੀ ਇਦਾਂ ਪ੍ਰਟੈਂਡ ਕਰਦੇ ਨੇ ਵੀ ਸਾਡੇ ਜਿੰਨਾ ਸਿਆਣਾ ਨਹੀਂ ਹੈਗਾ, ਤੇ ਜਿਹੜੇ ਐਕਸਪਰਟ ਹੈਗੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਕਾਬਲੀਅਤ ਨਾਲ ਵੀ ਕੰਪਰੋਮਾਈਜ਼ ਲੋਕਾਂ ਤੋਂ ਕਰਵਾ ਦਿੰਦੇ। ਆਪਾਂ ਗਲਤੀ ਕਿੱਥੇ ਕਰਦੇ ਆ ਕਿ ਪ੍ਰੋਬਲਮ ਸਾਡੀ ਕਾਨੂੰਨੀ ਹੈ ਤੇ ਰਿਕਸ਼ੇ ਤੇ ਚੜੇ ਜਾਂ ਆਟੋ ਤੇ ਚੜੇ, ਆਟੋ ਵਾਲੇ ਨੇ ਸਲਾਹ ਪੈ ਜਾਂਦੇ ਆ ਕਿ ਭਾਜੀ ਸਲਾਹ ਦੇ ਦਿਓ। ਪਿੰਡ ਦੇ ਕਿਸੇ ਵੀ ਬੰਦੇ ਕੋਲ ਚਲ ਜਾਂਦੇ ਆ, ਉਹ ਭਾਈ ਤੁਸੀਂ ਜਾਣਾ ਹੈ ਤੇ ਕਿਸੇ ਪ੍ਰੋਫੈਸ਼ਨਲ ਕੋ ਜਾਓ ਜਿਹੜਾ ਤੁਹਾਨੂੰ ਸਹੀ ਰਾਏ ਦੇ ਸਕੇ, ਜਿਹਨੇ ਉਹਦੀ ਪੜ੍ਹਾਈ ਕੀਤੀ ਹੈ, ਤੁਹਾਨੂੰ ਉਹਦੇ ਰਸਤੇ ਦੱਸ ਸਕੇ ਵੀ ਤੁਸੀਂ ਇਸ ਲੜਾਈ ਨੂੰ ਕਿਵੇਂ ਲੜਦੇ ਹੋ। ਦੇਖੋ, ਡਾਕਟਰ ਕੋ ਜਾਂਦੇ ਹੋ ਬਿਮਾਰੀ ਲੈ ਕੇ, ਕਿਹੜਾ ਟੈਸਟ ਕਰਾਉਣਾ ਡਾਕਟਰ ਸਾਹਿਬ ਦੱਸਦੇ ਜੀ, ਕਿਹੜੀ ਦਵਾਈ ਖਾਣੀ ਡਾਕਟਰ ਸਾਹਿਬ ਦੱਸਦੇ ਆ। ਕਈ ਸਾਡੇ ਕਲਾਇੰਟ ਸਾਡੇ ਕੋਲ ਦਵਾਈ ਨਾਲ ਲੈ ਕੇ ਆਉਂਦੇ ਆ, ਵੇਖੋ ਜੀ ਮੈਂ ਇਹਦਾ ਹੱਲ ਕਰਨਾ। ਸੋ ਉਹਨਾਂ ਨੂੰ ਪੰਗਾ ਲੈਣਾ ਤੇ ਆਉਂਦਾ ਹੈ ਪਰ ਉਹਦੇ ਤੋਂ ਬਚਣਾ ਨਹੀਂ ਆਉਂਦਾ। ਬਿਲਕੁਲ, ਅਸੀਂ ਡਾਕਟਰ ਨੂੰ ਜਾ ਕੇ ਇਹ ਨਹੀਂ ਦੱਸ ਸਕਦੇ ਨਾ ਕਿ ਅਸੀਂ ਇਹ ਦਵਾਈ ਖਾਣੀ ਹੈ। ਹਾਂਜੀ ਹਾਂਜੀ, ਬਿਲਕੁਲ, ਦਵਾਈ ਤੇ ਡਾਕਟਰ ਸਾਹਿਬ ਦੱਸਣਗੇ, ਇਲਾਜ ਡਾਕਟਰ ਸਾਹਿਬ ਦੱਸਣਗੇ, ਵਕੀਲ ਸਾਹਿਬ ਆਪਣਾ ਕਾਨੂੰਨੀ ਨੁਕਤਾ ਦੱਸਣਗੇ ਵੀ ਤੁਸੀਂ ਮੰਨ ਲਓ ਇਹ ਕੰਮ ਕਰਦੇ ਹੋ ਤੇ ਤੁਹਾਨੂੰ ਇਹਦੇ 'ਚ ਆਹ ਫਾਇਦੇ ਤੇ ਆਹ ਨੁਕਸਾਨ ਹੋ ਸਕਦੇ ਨੇ, ਕਿਉਂਕਿ ਡਿਫੈਂਸ ਹੋਣਾ ਅੱਗੋਂ
ਤੁਹਾਡੀ ਕੰਪਲੇਂਟ ਤੇ ਡਿਫੈਂਸ ਹੋਣਾ ਤੇ ਡਿਫੈਂਸ ਵਿੱਚ ਵੀ ਅੱਗੋਂ ਬੰਬ ਸੁੱਟਿਆ ਜਾਣਾ। ਜੀ। ਉਹਨਾਂ ਨੇ ਵੀ ਪੁੰਜਵਾਰ ਨਹੀਂ ਰੱਖਿਆ ਹੋਣਾ ਆਪਣੇ ਬਿਲਕੁਲ, ਕੋਲ, ਬਿਲਕੁਲ। ਉਹਨਾਂ ਨੇ ਤੁਹਾਡੇ ਤੋਂ ਵੱਡਾ ਬੰਬ ਬਣਾ ਕੇ ਰੱਖਿਆ ਹੋਣਾ। ਇੱਥੇ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸਣਾ ਚਾਹਾਂਗੇ ਕਿ ਸੁਨੀਲ ਮੱਲਨ ਜੀ ਦਾ ਨਾਮ ਤੁਸੀਂ ਬਹੁਤ ਜ਼ਿਆਦਾ ਸੁਣਿਆ ਹੋਊਗਾ। ਥੋੜਾ ਜਿਹਾ ਫਲੈਸ਼ਬੈਕ ਤੇ ਤੁਹਾਨੂੰ ਝਾਤ ਵੀ ਮਰਵਾ ਦੇਵਾਂ, ਥੋੜੀ ਜਿਹੀ ਗੱਲ ਵੀ ਤੁਹਾਨੂੰ ਦੱਸ ਦੇਵਾਂ। ਡੋਲੀ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ, ਇਸ ਤੋਂ ਇਲਾਵਾ ਇਹਨਾਂ ਨੇ 20 ਰੁਪਏ ਦੇ ਪਿੱਛੇ ਪਟਵਾਰੀ ਨੂੰ ਜੇਲ੍ਹ ਵੀ ਕਰਵਾਈ ਸੀ। ਸੋ ਉਹ ਵੀ ਥੋੜਾ ਜਿਹਾ ਨਾ ਜ਼ਿਕਰ ਹੋਣਾ ਉਹ ਮੈਂ ਦੱਸਦਾ ਜੀ, ਮੈਨੂੰ ਉਸੇ ਪਟਵਾਰੀ ਨੇ ਵਕੀਲ ਬਣਾਇਆ, ਮੈਂ ਉਹਦਾ ਧੰਨਵਾਦ ਕਰਦਾ। ਮੇਰੀ ਬੈਕਗ੍ਰਾਉਂਡ 'ਚ ਜਾਓਗੇ ਤਾਂ ਮੈਂ ਐਰੋਨੌਟਿਕਲ ਇੰਜੀਨੀਅਰ ਹਾਂ ਜੀ ਪਹਿਲਾਂ। ਉਸ ਤੋਂ ਬਾਅਦ ਮੈਂ ਬੀਟੈਕ ਕੀਤੀ, ਫਿਰ ਐਮਬੀਏ ਕੀਤੀ, ਫਿਰ ਲਾਅ ਕੀਤੀ, ਫਿਰ ਮਾਸਟਰਸ ਕੀਤੀ, ਫਿਰ ਐਮਏ ਪੁਲਿਸ ਐਡਮਿਨਿਸਟ੍ਰੇਸ਼ਨ ਕੀਤੀ, ਹੁਣ ਪੀਐਚਡੀ ਦੀ ਤਿਆਰੀ ਚੱਲ ਰਹੀ ਹੈ। ਮੇਰੀ ਮਾਂ-ਬਾਪ ਦੀ ਜਰ ਖਰੀਦ ਜ਼ਮੀਨ, ਉਹਦੀ ਉਸ ਪਟਵਾਰੀ ਨੇ 2003 ਚ ਇੱਕ ਜਾਲੀ ਫਰਦ ਤਿਆਰ ਕਰਕੇ ਦੋਸ਼ੀਆਂ ਨੂੰ ਦਿੱਤੀ। ਉਸ ਫਰਦ ਤੋਂ ਮੇਰੇ ਦਾਦਾ ਜੀ ਦੀ ਜਿਹੜੀ ਘਰ ਸੀ, ਜਿਹੜਾ ਮਹਾਰਾਜ ਦਰਬਾਰ ਸਾਹਿਬ ਦੇ ਲਾਗੇ ਬਿਲਕੁਲ ਹੈਗਾ, ਮਤਲਬ ਛੱਤ ਤੇ ਚੜ੍ਹ ਕੇ ਤੇ ਮਹਾਰਾਜ ਦੇ ਦਰਸ਼ਨ ਹੁੰਦੇ ਸੀ। ਬਚਪਨ ਮੇਰਾ ਉਸੇ ਘਰ 'ਚ ਬੀਤਿਆ। ਸਾਰੀ ਬਚਪਨ ਛੋਟੇ ਹੁੰਦਿਆਂ ਕਹਿ ਸਕਦੇ ਹੋ 7, 8, 9 ਸਾਲ, 14 ਸਾਲ ਦੀ ਉਮਰ ਤੱਕ ਮੈਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸੇਵਾ ਵੀ ਕੀਤੀ ਹੈ ਤੇ ਛੂਛ ਪਾਈ ਵੀ ਖੇਡੀ ਹੈ ਜੀ। ਨਿੱਕੇ ਬੱਚਿਆਂ ਵਾਂਗੂ ਜਾਂਦੇ ਰਹੇ ਆ। ਉਸ ਘਰ ਨੂੰ ਉਸ ਬੰਦੇ ਨੇ ਜਾਲੀ ਫਰਦ ਦਿੱਤੀ। ਸਾਡੇ 26 ਜੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਪੈਦਾ ਹੋਏ ਸੀ, ਤੇ ਇੱਕ ਬੰਦੇ ਦੇ ਨਾਂ ਤੇ ਇੰਤਕਾਲ ਚੜਾਤਾ। ਉਸ ਮੇਰੀ ਭੂਆ ਦੀ ਉਹ ਲੜਕੀ ਹੈ, ਉਹਨੇ ਅੱਗੋਂ ਆਪਣੇ ਘਰ ਵਾਲੇ ਨੂੰ ਵੇਚਤੀ, ਕਾਗਜ਼ ਬਣਾ ਲਏ ਰਜਿਸਟਰੀ ਦੇ। ਉਸ ਬੰਦੇ ਨੇ 9 ਬੈਂਕਾਂ ਕੋਲੋਂ ਕੋਈ 2.25 ਕਰੋੜ ਰੁਪਇਆ ਲੋਨ ਲੈ ਲਿਆ, ਮਤਲਬ ਸਿਰਫ 15-20 ਲੱਖ ਦੀ ਪ੍ਰਾਪਰਟੀ ਤੇ ਫਰਾਡ ਕੀਤਾ। ਜਦੋਂ ਫਰਾਡ ਉਜਾਗਰ ਹੋਇਆ, ਉਸ ਤੋਂ ਬਾਅਦ ਮੈਨੂੰ ਥੋੜਾ 2010 ਦੇ ਆਸ-ਪਾਸ ਪਤਾ ਲੱਗਾ ਕਿ ਐਡਾ ਵੱਡਾ ਫਰਾਡ ਹੋ ਚੁੱਕਿਆ। ਫਿਰ ਮੈਂ 2007-8 ਚ ਪਤਾ ਲੱਗ ਗਿਆ ਸੀ। ਫਿਰ ਮੈਂ ਉਹਦੀ ਘੁੱਖ ਕੱਢਣੀ ਸ਼ੁਰੂ ਕੀਤੀ, ਕੰਪਲੇਂਟਾਂ ਪਾਈਆਂ, ਪਾਉਂਦੇ ਮੈਂ ਜਦੋਂ ਥਾਣੇ ਜਾਂ ਕਚਹਿਰੀ ਜਾਂ ਵਕੀਲ ਸਾਹਿਬ ਕੋਲ ਹੀ ਜਾਂਦਾ ਸੀ ਨਾ, ਤੇ ਮੈਂ ਥੋੜਾ ਇੰਜੀਨੀਅਰ ਦਿਮਾਗ ਸੀ। ਮੈਂ ਕਿਤਾਬਾਂ ਲੈ ਲਈਆਂ, ਸੀਪੀਸੀ ਲੈ ਲਈ, ਸੀਆਰਪੀਸੀ ਲੈ ਲਈ, ਆਈਪੀਸੀ ਲੈ ਲਈ, ਹੋਰ ਕਨਸਟੀਟਿਊਸ਼ਨ ਲੈ ਲਈ। ਮੈਂ ਕਿਤਾਬ ਖਰੀਦ ਲਿਆ, ਮੈਂ ਪੜ੍ਹਦਾ ਉਹਨਾਂ ਨੂੰ ਘਰ ਬਹਿ ਕੇ, ਕਿਉਂਕਿ ਦਿਮਾਗ 'ਚ ਆਪਣੀ ਪ੍ਰਾਪਰਟੀ ਜਿਸ ਇੱਕ ਤੇ ਉਹ ਘਰ ਤੇ ਕਿ ਜਿਸ ਘਰ 'ਚ ਅਸੀਂ ਰਹਿੰਦੇ ਸੀ, ਮੇਰੇ ਮਦਰ ਨੇ ਬਣਾਇਆ ਸੀ, ਖੁਦ ਖਰੀਦਿਆ ਸੀ। ਮਦਰ ਦਾ ਵੀ ਜਾਲੀ ਡੈਥ ਸਰਟੀਫਿਕੇਟ ਬਣਾ ਕੇ ਉਹਨਾਂ ਦੀ ਉਸ ਪ੍ਰਾਪਰਟੀ, ਮੇਰਾ ਤਾਂ ਜ਼ਿਕਰ ਨਹੀਂ ਕੀਤਾ ਮੈਂ ਪੈਦਾ ਹੋਇਆ, ਉਹ ਪ੍ਰਾਪਰਟੀ ਵੀ ਉਹਨਾਂ ਨੇ ਖੋਲੀ। ਉਸ ਵੇਲੇ ਫਿਰ ਮਤਲਬ ਮੈਂ ਜਦੋਂ ਘੋਖ ਕੱਢਣੀ ਸ਼ੁਰੂ ਕੀਤੀ, ਜਦੋਂ ਮੈਂ ਥਾਣੇ ਕਚਹਿਰੀ ਜਾਂ ਕਿਤੇ ਵੀ ਜਾਣਾ, ਵਕੀਲ ਸਾਹਿਬ ਨਾਲ ਗੱਲ ਕਰਨੀ, ਖਾਸ ਕਰਕੇ ਥਾਣੇ ਜਦੋਂ ਜਾ ਕੇ ਗੱਲ ਕਰਨੀ, ਉਹਨਾਂ ਨੇ ਕਾਕਾ ਬਹਿ ਜਾ ਚੁੱਪ ਕਰਕੇ। ਅੱਜ ਤੋਂ 15 ਸਾਲ 10 ਸਾਲ ਪਹਿਲਾਂ ਉਮਰ ਵੀ ਹੌਲੀ ਸੀ, ਤੇ ਉਹਨਾਂ ਨੇ ਕਹਿਣਾ ਕਾਕਾ ਤੈਨੂੰ ਨਹੀਂ ਸਮਝ, ਬਹਿ ਜਾ ਚੁੱਪ ਕਰਕੇ। ਤੇ ਇੱਕ ਦਿਨ ਖੁੰਦਾ ਖਾਈ ਦਿਮਾਗ 'ਚ ਕਿ ਯਾਰ ਵਕੀਲ ਬੰਨਾ ਕਿੰਨਾ ਔਖਾ ਕਿਤੇ। ਤੇ ਫਿਰ ਮੈਂ 2-4 ਬੰਦਿਆਂ ਨੂੰ ਪੁੱਛਿਆ, ਕਹਿੰਦਾ ਜੀ 27 ਪੇਪਰ ਦੇਣੇ ਪੈਂਦੇ ਆ, 3 ਸਾਲ ਲੱਗਦੇ ਆ। ਮੈਂ ਕਿਹਾ ਕੋਈ ਗੱਲ ਨਹੀਂ, ਜ਼ਿੰਦਗੀ ਬੜੀ ਲੰਬੀ ਹੈ ਤੇ 3 ਸਾਲ ਖਰਚ ਦੇਣੇ ਚਾਹੀਦੇ ਆ, ਤਾਂ ਕਿ ਤੁਸੀਂ ਇੱਕ ਐਸੀ ਜਮਾਤ 'ਚ ਵੜਦੇ ਹੋ ਜਿਹਦੀ ਇੱਕ ਬਹੁਤ ਵੱਡੀ ਹੋਂਦ ਹੈ, ਜਿਹਦੀ ਇੱਕ ਯੂਨਿਟੀ ਹੈ। ਸੋ ਬਸ ਫਿਰ 2010 ਚ ਪ੍ਰਣ ਕਰ ਲਿਆ ਕਿ ਅਸੀਂ ਲਾਅ ਕਰਨੀ ਹੈ, ਤੇ ਐਡਮਿਸ਼ਨ ਲੈਣ ਚਲ ਗਏ। ਐਡਮਿਸ਼ਨ ਲੈ ਲਈ, ਫਿਰ ਪੜ੍ਹਾਈ ਕੀਤੀ ਪੂਰੀ ਇਮਾਨਦਾਰੀ ਨਾਲ। ਫਿਰ ਬਸ ਪੜ੍ਹਾਈ ਦਾ ਭੁੱਸ ਹੈਗਾ ਹੀ ਹੈ ਜੀ, ਇੰਜੀਨੀਅਰ ਦਿਮਾਗ ਸੀ। ਫਿਰ ਅੱਗੋਂ ਮਾਸਟਰਸ ਡਿਗਰੀਆਂ ਕਰ ਲਈਆਂ। ਫਿਰ ਇਸ ਪਟਵਾਰੀ ਨੇ ਕੀ ਕੀਤਾ ਸੀ, ਜਿਹੜੀ ਉਹ ਫਰਦ ਜਾਰੀ ਕੀਤੀ ਸੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਵੀ ਫਰਦ ਕੋਈ ਪਟਵਾਰੀ ਜਾਰੀ ਕਰਦਾ, ਉਹਦੀ 10 ਰੁਪਏ ਸਰਕਾਰੀ ਫੀਸ ਹੁੰਦੀ ਹੈ, ਜਿਹਦੇ ਵਾਸਤੇ ਇਹ 20,000 ਰੁਪਇਆ ਚਾਰਜ ਕਰਦੇ ਨੇ। ਯਾਦ ਰੱਖਣਾ ਮੇਰੀ ਗੱਲ ਸਾਰੇ ਦਰਸ਼ਕ, ਕੰਮ ਦੀ ਗੱਲ। ਜਦੋਂ ਪਟਵਾਰੀ ਨੂੰ ਤੁਸੀਂ ਫਰਦ ਲੈਂਦੇ ਹੋ, ਉਹਦੀ ਫੀਸ ਸਿਰਫ 10 ਰੁਪਏ ਹੈ। 11ਵਾਂ ਰੁਪਇਆ ਤੁਹਾਡੇ ਕੋਲ ਨਹੀਂ ਲੈ ਸਕਦਾ। ਤੇ ਲੈਂਡ ਰੈਵਨਿਊ ਮੈਨੂਅਲ ਦੀ ਧਾਰਾ 3.48 ਸਬਸੈਕਸ਼ਨ 2 ਮੁਤਾਬਕ ਉਹ ਕਲੈਕਟ ਕੀਤੀ ਹੋਈ ਫੀਸ ਦਾ ਸ਼ੇਅਰ ਵੀ ਨਹੀਂ ਰੱਖ ਸਕਦਾ, ਤੇ ਚੜ੍ਹਦੇ ਮਹੀਨੇ ਦੀ 10 ਤਰੀਕ ਨੂੰ ਉਹਨੂੰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਂਦਾ ਹੈ ਕੰਪਲੀਟ ਫੀਸ ਨੂੰ। ਜੇ 10 ਤਰੀਕ ਨੂੰ ਛੁੱਟੀ ਹੈ ਤੇ 9 ਨੂੰ ਕਰਾਉਂਦਾ, 9 ਨੂੰ ਵੀ ਛੁੱਟੀ ਹੈ ਤੇ 8 ਨੂੰ ਕਰਾਉਂਦਾ। ਯਾਨੀ ਕਿ 10 ਤਰੀਕ ਨਹੀਂ ਟੱਪ ਸਕਦੀ ਉਹ ਲਕਸ਼ਮਣ ਰੇਖਾ ਉਹਦੇ ਲਈ। ਐਕਟ ਲਿਖਿਆ ਕਿ ਜੇ ਉਹ ਉਹਦਾ ਸ਼ੇਅਰ ਵੀ ਰੱਖ ਲੈਂਦਾ, ਮੀਨਸ ਉਹਨੇ 200 ਰੁਪਇਆ 207 ਰੁਪਏ ਮੰਨ ਲਓ ਇਕੱਠੇ ਕੀਤੇ ਜਾਂ 210 ਰੁਪਏ ਇਕੱਠੇ ਕੀਤੇ ਆ। ਜੇ ਉਹ 200 ਜਮ੍ਹਾਂ ਕਰਾਉਂਦਾ, 10 ਰੁਪਏ ਜਮ੍ਹਾਂ ਨਹੀਂ ਕਰਾਉਂਦਾ, ਤਾਂ ਵੀ ਉਹ ਕਾਨੂੰਨ ਦਾ ਭਾਗੀਦਾਰ ਹੈ। ਜੇ ਉਹ 220 ਰੁਪਏ ਜਮ੍ਹਾਂ ਕਰਾਉਂਦਾ, ਤਾਂ ਵੀ ਕਾਨੂੰਨ ਦਾ ਭਾਗੀਦਾਰ ਹੈ, ਉਹ ਜੁਰਮ ਦਾ ਭਾਗੀਦਾਰ ਹੈ। ਉਸ ਪਟਵਾਰੀ ਨੇ 2003 ਚ ਦਿੱਤੀ ਫਰਦ ਨੂੰ 2010 ਤੱਕ ਉਹਦੇ ਪੈਸੇ ਜਮ੍ਹਾਂ ਨਹੀਂ ਸੀ ਕਰਾਏ। ਮੈਂ ਆਰਟੀਆਈ ਪਾਈ, ਆਰਟੀਆਈ ਚ ਮੈਨੂੰ ਰਿਪੋਰਟ ਆ ਗਈ ਤਹਿਸੀਲਦਾਰ ਕੋਲੋਂ, ਉਹਦੇ ਚ ਲਿਖਿਆ ਸੀ ਕਿ ਉਜਰਤ ਨਜੂਲ ਪਟਵਾਰੀ ਦੇ ਜ਼ਿੰਮੇ ਹੈ। ਇਹ ਫਾਰਸੀ ਦਾ ਸ਼ਬਦ ਹੈ। ਇੱਕ ਹੋਰ ਮੈਂ ਆਪਣੇ ਦਰਸ਼ਕਾਂ ਨੂੰ ਗੱਲ ਦੱਸ ਦਿੰਦਾ ਕਿ ਜਿੰਨੇ ਵੀ ਰੈਵਨਿਊ ਰਿਲੇਟਡ ਨਾਮ ਨੇ, ਖਸਰਾ, ਖਤੌਨੀ, ਖੇਵਟ, ਪਟਵਾਰੀ, ਕਾਨੂੰਗੋ, ਤਹਿਸੀਲਦਾਰ, ਇਹ ਸਭ ਫਾਰਸੀ ਦੇ ਸ਼ਬਦ ਨੇ, ਕਿਉਂਕਿ ਜਿਹੜੀ ਜ਼ਮੀਨ ਦੀ ਸਹੀ ਵੰਡ ਦੀ ਪ੍ਰਕਿਰਿਆ ਸੀ, ਉਹ ਜਦੋਂ ਮੁਗਲ ਆਏ ਸੀਗੇ, ਮੁਗਲਾਂ ਨੇ ਸ਼ੁਰੂ ਕੀਤੀ ਸੀ ਹੱਦਬੰਦੀਆਂ ਕਰਨੀਆਂ, ਫਿਰ ਉਸ ਤੋਂ ਬਾਅਦ ਮਰਬੇਬੰਦੀਆਂ ਹੋਈਆਂ। ਸੋ ਉਹਦੇ ਮੁਤਾਬਕ ਮੈਂ ਜਦੋਂ ਫੀਸ ਦਾ ਰਿਕਾਰਡ ਮੰਗਿਆ ਤੇ ਉਹਨਾਂ ਨੇ ਲਿਖ ਕੇ ਦੇ ਦਿੱਤਾ
ਕਿ ਪਿਛਲੇ 7 ਸਾਲਾਂ 'ਚ ਇਹਨੇ ਫੀਸ ਜਮ੍ਹਾਂ ਨਹੀਂ ਕਰਾਈ। ਆਪਾਂ 409 ਸੈਕਸ਼ਨ ਦੀ ਐਪਲੀਕੇਸ਼ਨ ਬਣਾਈ ਕਿ ਪਟਵਾਰੀ ਤਹਿਸੀਲਦਾਰ ਦੀ ਰਿਪੋਰਟ ਮੁਤਾਬਕ ਇਹਨੇ ਪੈਸੇ ਹੜੱਪ ਕੀਤੇ ਨੇ, ਪਾਕਟ ਕਰ ਲੈਣੇ, ਉਹਦਾ ਵਿਆਜ ਖਾਦਾ, ਇਹਦੇ ਤੇ ਜੁਰਮ ਲਾਇਆ ਜਾਵੇ। ਉਹ ਪਟਵਾਰੀ ਇੰਨਾ ਚਾਲੂ ਸੀ, ਉਹਨੇ ਬੜੀ ਥਾਂ ਤੋਂ ਆਪਣੀ ਇਨਕੁਆਰੀ ਨਿਊਟਰਲ ਮਾਰ ਕਰਾਈ, ਬਟ ਬੜੀ ਲੜਾਈ ਲੜ ਕੇ ਮਤਲਬ ਫਿਰ ਆਪਾਂ ਉਹਨੂੰ ਜੇਲ੍ਹ ਕਰਾਈ ਸੀ। ਔਰ ਉਸ ਤੋਂ ਬਾਅਦ ਜਦੋਂ ਕੇਸ ਚੱਲ ਰਿਹਾ ਸੀ ਉਹਦੇ ਦੌਰਾਨ ਅਸੀਂ ਉਹਦੇ ਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਤੇ ਹੋਰ ਕਈ ਧਾਰਾਵਾਂ ਦੇ ਮੁਤਾਬਕ ਉਹਦੇ ਤੇ ਅਸੀਂ ਮਤਲਬ ਅਮੈਂਡਮੈਂਟ ਆਫ ਚਾਰजेस ਕਰਾਏ। ਔਰ ਹੁਣ ਉਸ ਵਿਚਾਰੇ ਦੀ ਡੈਥ ਹੋ ਗਈ ਹੈ। ਪਰ ਇੱਕ ਗੱਲ ਤੁਹਾਨੂੰ ਇਹਦੇ ਵਿੱਚ ਮੈਂ ਮਤਲਬ ਜਿਵੇਂ ਹਰ ਗੱਲ 'ਚ ਇੱਕ ਸਬਕ ਆਉਂਦਾ ਹੈ, ਮੈਂ ਸਬਕ ਦੱਸਣਾ ਚਾਹੁੰਦਾ ਕਿ ਉਸ ਪਟਵਾਰੀ ਦੇ ਟ੍ਰਾਇਲ ਦੇ ਦੌਰਾਨ ਉਹਦੀ ਡੈਥ ਹੋਈ। ਕ੍ਰਿਮੀਨਲ ਕੇਸ ਦਾ ਇੱਕ ਅਸੂਲ ਹੈ ਕਿ ਜਦੋਂ ਟ੍ਰਾਇਲ ਉਦੋਂ ਚੱਲਣਾ ਹੈ ਜਦੋਂ ਮੁਲਜ਼ਮ ਸਾਹਮਣੇ, ਜੇ ਮੁਲਜ਼ਮ ਦੀ ਡੈਥ ਹੋ ਜਾਏ ਤੇ ਟ੍ਰਾਇਲ ਅੱਗੇ ਨਹੀਂ ਚੱਲਦਾ। ਉਹ ਸਾਈਨ ਡਾਈ ਹੋ ਗਏ ਜਾਂ ਉਹਨੂੰ ਕੰਜ਼ਾਈਨ ਕਰ ਦਿੰਦੇ ਨੇ ਫਾਈਲ ਨੂੰ, ਰਿਪੋਰਟ ਬਣਾ ਕੇ ਕਿ ਇਹਦੀ ਡੈਥ ਹੋ ਗਈ ਹੈ ਤੇ ਇਹਨੂੰ ਸਾਂਭ ਲਿਆ ਜਾਵੇ। ਪਰ ਇਹੋ ਜਿਹੇ ਵੇਲਿਆਂ 'ਚ ਜਿਹੜਾ ਉਹ ਸਰਕਾਰੀ ਮੁਲਾਜ਼ਮ ਜਾਂ ਜਿਹੜਾ ਵੀ ਉਹ ਬੰਦਾ ਮਤਲਬ ਬਿਨਾਂ ਸਜ਼ਾ ਤੋਂ ਕੇਸ ਕਲੋਜ਼ ਹੁੰਦਾ ਹੈ, ਉਹਨੂੰ ਸਰਕਾਰੀ ਕੋਈ ਬੈਨੀਫਿਟ ਨਹੀਂ ਮਿਲਦਾ। ਯਾਨੀ ਕਿ ਪਟਵਾਰੀ ਦਾ ਜਿਹੜਾ 10 20 30 50 ਲੱਖ ਰੁਪਏ ਉਹਦੇ GPF ਜਾਂ PF ਫੰਡ ਕੱਟੇ ਗਏ ਹੋਣਗੇ, ਉਹ ਸਾਰੇ ਮਿੱਟੀ। ਪਰਿਵਾਰ ਕੋ ਅਪੀਲ ਨਹੀਂ ਪਾ ਸਕਦਾ, ਕੋਈ ਸਰਕਾਰ ਦੀ ਕੋ ਨੌਕਰੀ ਨਹੀਂ ਲੈ ਸਕਦਾ। ਯਾਨੀ ਕਿ ਦਾਗੀ ਮੌਤ ਵੱਡੀ ਸਜ਼ਾ ਨਾਲੋਂ ਮਾੜੀ ਹੈ। ਸੋ ਡਰਨਾ ਚਾਹੀਦਾ ਹੈ ਗੈਰ ਕਾਨੂੰਨੀ ਕੰਮ ਕਰਨ ਤੋਂ, ਤਰੀਕੇ ਨਾਲ ਚੱਲੋ। ਔਰ ਜੋ ਮੈਡਮ ਨੇ ਜਿਵੇਂ ਦੱਸਿਆ ਕਿ ਏਜੰਟ ਕੋ ਕਿਸੇ ਕੋ ਜਾਣ ਦੀ ਬਜਾਏ ਜਿੰਨੇ ਸੁਣੀਆਂ ਸੁਣਾਈਆਂ ਗੱਲਾਂ ਤੇ ਤੁਹਾਨੂੰ ਕੁਝ ਦੱਸਿਆ, ਉਹਦੀ ਬਜਾਏ ਕਿਸੇ ਪ੍ਰੋਫੈਸ਼ਨਲ ਕੋ ਜਾਓ, ਪ੍ਰੋਪਰ ਰਾਏ ਲਵੋ, ਪ੍ਰੋਪਰ ਟ੍ਰੀਟਮੈਂਟ ਲਵੋ, ਪ੍ਰੋਪਰ ਆਪਣੇ ਕੇਸ ਦਾ ਰੱਖ ਰਖਾਵ ਰੱਖੋ, ਅਲਰਟ ਹੋ ਕੇ ਕਰੋ। ਜੀ ਮੈਮ। ਸੋ ਗੱਲਾਂ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਤੇ ਮੈਨੂੰ ਲੱਗਦਾ ਟਾਈਮ ਸਾਡੇ ਕੋਲ ਘੱਟ ਹੈਗਾ, ਲੇਕਿਨ ਸਾਡੇ ਦਰਸ਼ਕਾਂ ਨੂੰ ਅਸੀਂ ਇਹ ਜ਼ਰੂਰ ਦੱਸ ਦਈਏ ਕਿ ਤੁਸੀਂ ਆਪਣਾ ਸਵਾਲ ਸਾਡੇ ਨਾਲ ਜਦੋਂ ਮਰਜ਼ੀ ਡਿਸਕਸ ਕਰ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ ਔਰ ਕਮੈਂਟ ਸੈਕਸ਼ਨ 'ਚ ਤੁਸੀਂ ਆਪਣਾ ਕਮੈਂਟ ਵੀ ਜ਼ਰੂਰ ਕਰ ਸਕਦੇ ਹੋ। ਅਗਲੀ ਵਾਰ ਜਦੋਂ ਅਸੀਂ ਅਗਲਾ ਸ਼ੋਅ ਕਰਦੇ ਹਾਂ ਉਦੋਂ ਅਸੀਂ ਚਰਚਾ ਦੇ ਮੁੱਦੇ ਤੁਹਾਨੂੰ ਜ਼ਰੂਰ ਦੱਸ ਦਈਏ। ਜ਼ਮੀਨੀ ਵਿਵਾਦ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਪਾਵਰ ਆਫ ਟਰਨੀ ਦੇ ਬਾਰੇ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। OCI ਕਾਰਡ ਕੀ ਹੈਗਾ ਉਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। NRI ਕੋਈ ਵੀ ਹੈਗਾ, ਜੇਕਰ ਉਹ ਬਾਹਰ ਆਲਰੇਡੀ NRI ਜਿਹੜਾ ਪਰਸਨ ਹੈਗਾ ਜੇਕਰ ਵਾਪਸ ਇੰਡੀਆ ਆ ਕੇ ਆਪਣੀ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਲੈ ਸਕਦਾ ਹੈ। ਸੋ ਹੋਰ ਵੀ ਇਸ ਨਾਲ ਜੁੜੇ ਜੇ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈਗੇ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਥੋੜਾ ਜਿਹਾ ਵੇਲਾ ਘੱਟ ਹੈ ਲੇਕਿਨ ਬੜਾ ਘੱਟ ਸ਼ਬਦਾਂ 'ਚ ਤੁਹਾਡੇ ਤੋਂ ਜਾਣਨਾ ਚਾਹੂੰਗੀ OCI ਕਾਰਡ ਜਿਹੜਾ ਹੈਗਾ, ਸੋ ਉਹਦੇ 'ਚ ਕੁਝ ਕੁ ਤਬਦੀਲੀਆਂ ਆਈਆਂ ਨੇ। ਸਭ ਤੋਂ ਪਹਿਲਾਂ ਤਾਂ OCI ਕਾਰਡ ਕੀ ਹੈਗਾ ਔਰ ਫੋਕਸ ਕਰੀਏ ਤਬਦੀਲੀਆਂ ਦੇ ਉੱਪਰ ਤਾਂ ਉਹ ਜੀ OCI ਕਾਰਡ ਕੀ ਹੈ ਕਿ ਜਦੋਂ ਵੀ ਕੋਈ ਭਾਰਤੀ ਮੂਲ ਦਾ ਵਿਅਕਤੀ ਕਿਸੇ ਵੀ ਬਾਹਰ ਦੀ ਕੰਟਰੀ 'ਚ ਸਿਟੀਜ਼ਨ ਹੋ ਜਾਂਦਾ ਹੈ, ਉਹ ਵਿਅਕਤੀ ਦਾ ਇੰਡੀਆ ਦਾ ਪਾਸਪੋਰਟ ਖਾਰਜ ਕਰ ਦਿੱਤਾ ਜਾਂਦਾ ਹੈ, ਉਹਦੀ ਇੰਡੀਆ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਤੇ ਉਹਨੂੰ ਉਸ ਮੁਲਕ ਦੀ ਨਾਗਰਿਕਤਾ ਮਿਲ ਜਾਂਦੀ ਹੈ। ਜਦੋਂ ਉਹਨੂੰ ਫੋਰਨ ਦੀ ਨਾਗਰਿਕਤਾ ਮਿਲ ਜਾਂਦੀ ਹੈ ਤੇ ਸਾਡੀ ਸਰਕਾਰ ਨੇ ਉਹਦੇ ਲਈ ਪ੍ਰੋਵੀਜ਼ਨ ਰੱਖੀ ਹੈ, ਕਿਉਂਕਿ ਉਸ ਬੰਦੇ ਨੂੰ ਫਿਰ ਵੀਜ਼ਾ ਲਵਾ ਕੇ ਇੰਡੀਆ ਆਉਣਾ ਪਏਗਾ, ਇੰਡੀਆ ਦਾ ਵੀਜ਼ਾ ਲੈਣਾ ਪਏਗਾ, ਕਿਉਂਕਿ ਹੁਣ ਇਸ ਵੇਲੇ ਅਮਰੀਕਨ ਜਾਂ ਕੈਨੇਡੀਅਨ ਜਾਂ ਆਸਟ੍ਰੇਲੀਅਨ ਜੋ ਵੀ ਬਣ ਚੁੱਕਾ, ਉਸ ਪਰੇਸ਼ਾਨੀ ਤੋਂ ਬਚਾਉਣ ਲਈ ਕਿ ਬਾਰ-ਬਾਰ ਉਹਨਾਂ ਨੂੰ ਵੀਜ਼ਾ ਨਾ ਦੇਣਾ ਪਵੇ, ਕਿਉਂਕਿ ਇੰਡੀਅਨ ਬੰਦੇ ਹੀ ਸਭ ਤੋਂ ਜ਼ਿਆਦਾ ਬਾਹਰ ਗਏ ਨੇ ਤੇ ਜਦੋਂ ਬਾਰ-ਬਾਰ ਵੀਜ਼ਾ ਮੰਗਦੇ ਨੇ ਤੇ ਇੰਡੀਆ ਦੀਆਂ ਐਮਬੈਸੀਆਂ ਤੇ ਵੀ ਬੋਝ ਵੱਧਦਾ ਜੀ। ਉਸ ਬੋਝ ਨੂੰ ਘਟਾਉਣ ਲਈ ਉਹਨਾਂ ਨੇ ਇੱਕ OCI ਕਾਰਡ ਮੈਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਕਾਰਡ ਬਣਾਇਆ, ਜਿਹਦੇ ਵਿੱਚ ਸਿਰਫ 2 ਮੇਨ ਚੀਜ਼ਾਂ ਚਾਹੀਦੀਆਂ। ਤੁਹਾਡਾ ਪੁਰਾਣਾ ਪਾਸਪੋਰਟ ਕੈਨਸਲ ਹੋਇਆ, ਪਲੱਸ ਇੱਕ ਹੋਰ ਤੁਹਾਡਾ ਭਾਰਤੀ ਹੋਣ ਦਾ ਪ੍ਰੂਫ, ਜਿਹਦੇ ਵਿੱਚ ਤੁਹਾਡੀ ਡੇਟ ਆਫ ਬਰਥ, ਨਾਮ, ਫੋਟੋ ਹੋਵੇ। ਉਹ 2 ਪ੍ਰੂਫ ਲਾਣੇ ਆ। ਅੱਜ ਕੱਲ ਆਨਲਾਈਨ ਸ਼ੁਰੂ ਹੋ ਗਿਆ, ਆਨਲਾਈਨ ਤੁਸੀਂ ਉਹ ਡਾਟਾ ਭਰਨਾ ਹੈ। ਭਰਨ ਤੋਂ ਬਾਅਦ ਅੱਜ ਕੱਲ ਕੋਵਿਡ ਕਰਕੇ 3-4 ਮਹੀਨੇ ਲੱਗਦੇ ਨੇ, ਤੁਹਾਡੇ ਘਰੇ ਤੁਹਾਡਾ OCI ਕਾਰਡ ਆ ਜਾਏਗਾ ਤੇ ਤੁਸੀਂ ਫਿਰ ਆਪਣੇ ਪਾਸਪੋਰਟ ਜਿਹੜਾ ਲਾਸਟ ਪਾਸਪੋਰਟ ਹੈ ਉਹਦੇ ਤੇ ਉਹਦਾ ਨੰਬਰ ਚੜ ਜਾਏਗਾ ਤੇ ਤੁਸੀਂ ਉਸ ਪਾਸਪੋਰਟ ਤੇ ਮਤਲਬ ਕੈਨੇਡੀਅਨ ਜਾਂ ਅਮਰੀਕਨ ਬਾਹਰ ਵਿਦੇਸ਼ੀ ਪਾਸਪੋਰਟ ਤੇ OCI ਕਾਰਡ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਇਹਦੇ ਵਿੱਚ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਜਿਹੜਾ OCI ਕਾਰਡ ਜਾਰੀ ਹੁੰਦਾ ਹੈ ਤੁਹਾਡੇ ਲੇਟੈਸਟ ਵਿਦੇਸ਼ੀ ਕਾਰਡ ਦੇ ਉੱਪਰ ਇਸ਼ੂ ਹੁੰਦਾ ਹੈ, ਜਦੋਂ ਵੀ ਤੁਸੀਂ ਉਹ ਜਿਵੇਂ ਐਕਸਪਾਇਰ ਵੀ ਹੋ ਜਾਵੇ ਉਹਨੂੰ ਨਾਲ ਰੱਖੋ ਜ਼ਰੂਰ, ਕਿਉਂਕਿ ਉਹਦੇ ਨਾਲ ਉਹਦੀ ਆਇਡੈਂਟੀਟੀ ਡਿਟੇਲ ਮੈਚ ਕੀਤੀਆਂ ਹੋਈਆਂ, ਫਿਊਚਰ 'ਚ ਤੁਹਾਨੂੰ ਦਿੱਕਤ ਨਾ ਆਵੇ। ਆਉਣ ਵਾਲੇ 3-4 ਸਾਲਾਂ 'ਚ ਤੁਹਾਨੂੰ ਪੁਰਾਣਾ ਪਾਸਪੋਰਟ ਰੱਖਣ ਦੀ ਲੋੜ ਨਹੀਂ ਪੈਣੀ, ਕਿਉਂਕਿ ਆਨਲਾਈਨ ਸਿਸਟਮ ਤੁਹਾਡੀ ਫੋਟੋ, ਤੁਹਾਡੀ ਹਰ ਚੀਜ਼ ਉੱਥੇ ਅਵੇਲੇਬਲ ਹੋਣੀ ਹੈ ਤੇ ਤੁਹਾਡਾ ਪੋਰਟਲ ਚੱਲ ਪੈਣਾ ਜੀ। ਠੀਕ ਹੈ ਜੀ। OCI ਕਾਰਡ ਨਾਲ ਜੁੜਿਆ ਸਵਾਲ ਹੋਰ ਵੀ ਬਹੁਤ ਸਾਰੇ ਹੈਗੇ ਨੇ, ਜਿੱਦਾਂ ਕਿਸੇ ਵਿਅਕਤੀ ਕੋਲ ਪੋਲੀਟੀਕਲ ਅਸਾਈਲਮ, ਬਿਲਕੁਲ, ਔਰ ਪੁਰਾਣਾ ਪਾਸਪੋਰਟ ਜੇਕਰ ਨਹੀਂ ਹੈਗਾ, ਸੋ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ 30
40 ਸਾਲ ਪੁਰਾਣੇ ਜਿਹੜੇ ਡਾਕੂਮੈਂਟਸ ਅਸੀਂ ਸਾਂਭ ਕੇ ਰੱਖਦੇ ਹਾਂ, ਕੋਈ ਡੋਂਗੀ ਦੇ ਰਸਤੇ ਵੀ ਬਾਹਰ ਗਿਆ ਹੋ ਡੋਂਗੀ ਦੇ ਸਕਦਾ ਰਸਤੇ ਹੈ ਵੀ ਗਿਆ ਜੀ। ਸੋ ਇਹ ਸਾਰੇ ਵੀ ਬਹੁਤ ਸਾਰੇ ਸਵਾਲ ਨੇ ਅਸੀਂ ਅਗਲੇ ਸ਼ੋਅ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦੇ ਉੱਤੇ ਡਿਸਕਸ ਕਰਾਂਗੇ। ਸੋ ਸੁਨੀਲ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜੇ ਵਿੱਚ ਸਾਨੂੰ ਸਮਾਂ ਦੇਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦਰਸ਼ਕਾਂ ਦਾ ਵੀ ਧੰਨਵਾਦ ਜੀ, ਸਾਨੂੰ ਦੇਖਦੇ ਰਹੋ। ਤੇ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇੱਕ ਲੀਗਲ ਸ਼ੋਅ ਹੈ, ਲਾਅ ਰਿਲੇਟਡ ਸ਼ੋਅ ਹੈ। ਕੋਈ ਤੁਹਾਡਾ ਸਵਾਲ ਹੋਵੇ, ਕਿਸੇ ਕਿਸਮ ਦੀ ਤੁਹਾਨੂੰ ਕੋਈ ਨੌਲੇਜ ਚਾਹੀਦੀ ਹੋਵੇ, ਇਸ ਸ਼ੋਅ ਦੇ ਰਸਤੇ ਅਸੀਂ ਤੁਹਾਨੂੰ ਜ਼ਰੀਏ ਤੁਹਾਨੂੰ ਫ੍ਰੀ ਆਫ ਕਾਸਟ ਇਹ ਨੌਲੇਜ ਪਹੁੰਚਾਵਾਂਗੇ। ਜਿਹੜੀ ਚੀਜ਼ ਸਾਨੂੰ ਨਹੀਂ ਵੀ ਪਤਾ ਹੋਏਗੀ ਅਸੀਂ ਉਹਦੇ ਤੇ ਰਿਸਰਚ ਕਰਕੇ ਤੁਹਾਨੂੰ ਸਹੀ ਜਵਾਬ ਆਪਣੇ ਚੈਨਲ ਦੇ ਮਾਧਿਅਮ ਨਾਲ ਦੇਖਦੇ ਰਵਾਂਗੇ। ਤੁਹਾਡੇ ਸਵਾਲ, ਤੁਹਾਡੇ ਕੁਐਸਚਨ, ਤੁਹਾਡੀਆਂ ਪ੍ਰੋਬਲਮਸ ਨੂੰ ਤੁਸੀਂ, ਮੇਰਾ ਨੰਬਰ ਵੀ ਡਿਸਪਲੇ ਹੋ ਰਿਹਾ, ਚੈਨਲ ਦਾ ਨੰਬਰ ਡਿਸਪਲੇ ਹੋ ਗਿਆ, ਪਰਸਨਲ ਤੌਰ ਤੇ WhatsApp ਕਰਕੇ ਵੀ ਪੁੱਛ ਸਕਦੇ ਹੋ। ਜੇ ਤੁਸੀਂ ਡਾਇਰੈਕਟ ਜਵਾਬ ਚਾਹੁੰਦੇ ਹੋ ਟੈਲੀਫੋਨਿਕਲੀ ਤੁਹਾਨੂੰ ਉਹ ਵੀ ਦੇ ਦਿੱਤਾ ਜਾਏਗਾ। ਬਸ ਸਾਡੇ ਨਾਲ ਜੁੜੇ ਰਹੋ। ਜੋ ਤੁਹਾਨੂੰ ਕਾਨੂੰਨੀ ਮਦਦ ਚਾਹੀਦੀ ਹੈ, ਲਾਅ ਦੇ ਬਾਰੇ ਨੌਲੇਜ ਚਾਹੀਦੀ ਹੈ, ਇਸ ਚੈਨਲ ਦੇ ਮਾਧਿਅਮ ਨਾਲ ਅਸੀਂ ਤੁਹਾਨੂੰ ਰੈਗੂਲਰ ਦਵਾਂਗੇ। ਧੰਨਵਾਦ ਤੁਹਾਡਾ ਸਾਰਿਆਂ ਦਾ। ਜੀ ਠੀਕ ਹੈ ਜੀ।